ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਮੈਂ ਰਣਵੀਰ ਸੰਧੂ, ਤੁਸੀਂ ਵੇਖ ਰਹੇ ਹੋ ਦੇਸ਼ ਪ੍ਰਦੇਸ਼ ਲਾਈਵ। ਜਿਉਂ-ਜਿਉਂ ਕਰੋਨਾ ਤੋਂ ਬਾਅਦ ਓਪਨ ਹੋਇਆ ਸਿਸਟਮ, ਤਾਂ ਹਰ ਰਿਪਰੈਜ਼ੈਂਟੇਟਿਵ ਔਰ ਸਾਡੇ ਕੰਸਲਟੈਂਟਸ ਕਰੀਅਰ ਗਾਈਡੈਂਸ ਨੂੰ ਲੈ ਕੇ ਬੱਚਿਆਂ ਨੂੰ ਗਾਈਡ ਕਰਨ ਵਾਸਤੇ, ਕਿਉਂਕਿ 2 ਸਾਲਾਂ ਦੇ ਵਿੱਚ ਬੜੀ ਉਥਲ-ਪੁਥਲ, ਉੱਚਾ ਨੀਵਾਂ ਸਿਸਟਮ ਹੋਇਆ, ਬੜੀ ਕਨਫਿਊਜ਼ਨ ਦੀ ਸਥਿਤੀ ਹੈ ਇਸ ਵਕਤ। ਕੈਨੇਡਾ ਨੂੰ ਅਪਲਾਈ ਕਰਨ ਵਾਲੇ ਬਖੂਬੀ ਇਸ ਚੀਜ਼ ਨੂੰ ਸਮਝਦੇ ਨੇ। ਅੱਜ ਅਸੀਂ 2 ਮਸਲੇ ਡਿਸਕਸ ਕਰਨੇ। ਪਹਿਲਾ ਮਸਲਾ ਤਾਂ ਇਹ ਹੈ ਕਿ ਅਪਲਾਈ ਕਰਨ ਵੇਲੇ ਰੂਟੀਨ ਜੋ 18-19 ਚ ਅਪਲਾਈ ਹੁੰਦਾ ਸੀ, ਰੂਟੀਨ ਵਰਤਣੀ ਪਏਗੀ ਜਾਂ ਇਸ ਤੋਂ ਇਲਾਵਾ ਕੁਝ ਵੀਜ਼ਾ ਲੈਣ ਲਈ ਚੰਗਾ ਕੰਸਲਟੈਂਟਸ ਆਪਣਾ ਰੋਲ ਅਦਾ ਕਰੂਗਾ। ਕਿਵੇਂ ਵੀਜ਼ਾ ਮਿਲਣਾ, ਕੁਝ ਬੜੀਆਂ ਸਾਰੀਆਂ ਚੀਜ਼ਾਂ ਹੈ। ਗੈਪ ਵੀ ਮੈਂਸ਼ਨ ਕਰਾਂਗੇ, ਇੱਕ ਮੋਡਿਊਲ 'ਚ 5.5 ਵੀ ਮੈਂਸ਼ਨ ਕਰਾਂਗੇ, ਰਿਫਿਊਜ਼ਲਸ ਵੀ ਅਸੀਂ ਮੈਂਸ਼ਨ ਕਰਾਂਗੇ, ਸਪਾਊਸ ਕੇਸ ਦੀ ਗੱਲ ਹੋਣੀ। ਦੂਸਰਾ ਮੁੱਦਾ ਆ ਜਾਂਦਾ ਹੈ ਕਿ ਇਸ ਵਕਤ ਕਾਲਜਸ ਦੀ ਕੀ ਸਥਿਤੀ ਹੈ ਕੈਨੇਡਾ ਦੇ ਵਿੱਚ, ਆਫਰ ਲੈਟਰਸ ਨੂੰ ਲੈ ਕੇ, ਇਨਟੇਕ ਨੂੰ ਲੈ ਕੇ, ਪ੍ਰੋਗਰਾਮ ਨੂੰ ਲੈ ਕੇ, ਏਰੀਆਜ਼ ਨੂੰ ਲੈ ਕੇ ਕਿਸ ਤਰ੍ਹਾਂ ਦੀ ਸਥਿਤੀ ਬਣੀ ਹੋਈ ਹੈ ਕੈਨੇਡਾ 'ਚ। ਜੋ ਮੈਸੇਜ ਸਾਡੇ ਤੱਕ ਰਿਜ਼ਲਟ ਦਾ ਪਹੁੰਚ ਰਿਹਾ ਹੈ ਕਿ ਰਿਫਿਊਜ਼ਲ ਬਹੁਤ ਹੈ, ਉਹਦੇ ਕਰਕੇ ਕਈ ਚੀਜ਼ਾਂ ਜਿਹੜੀਆਂ ਨੇ ਪੰਜਾਬ ਦੇ ਵਿੱਚ ਟਰੈਵਲ ਕਰਦੀਆਂ ਕਿ ਜਿਸ ਤਰ੍ਹਾਂ ਚੋਣਾਂ ਨੇ, ਚੋਣਾਂ ਦੇ ਵਿੱਚ ਕੀ ਹੁੰਦਾ ਕਿ ਕੋਈ ਪਾਰਟੀ ਜਦੋਂ ਬਾਜ਼ੀ ਮਾਰ ਜਾਂਦੀ ਹੈ ਤਾਂ ਫਿਰ ਉਹਦਾ ਕੰਮ ਜੇ ਸਹੀ ਨਹੀਂ ਲੱਗਦਾ ਤਾਂ ਵੋਟਰ ਦੂਜੇ ਪਾਸੇ ਮੁੜ ਜਾਂਦਾ ਹੈ। ਇਸ ਤਰ੍ਹਾਂ ਦੇ ਹਾਲਾਤ ਪੰਜਾਬ 'ਚ ਬਣਦੇ ਹੋਏ ਨੇ ਕਿ ਕੈਨੇਡਾ ਨੇ ਬਹੁਤ ਬੱਚਾ ਲੈ ਕੇ ਗਏ। ਕੈਨੇਡਾ ਨੇ ਡਿਊਰਿੰਗ ਦਾ ਕੋਵਿਡ ਵੀ ਆਪਣਾ ਸਿਸਟਮ ਚਾਲੂ ਰੱਖਿਆ, ਪਰ ਰਿਫਿਊਜ਼ਲ ਕਰਕੇ, ਹੋਰ ਹਰਾਸ਼ਮੈਂਟ ਕਰਕੇ ਇਸ ਵਕਤ ਜਿਹੜਾ ਸਾਡਾ ਵੋਟਰ ਹੈ ਜਾਂ ਸਟੂਡੈਂਟ ਕਹਿ ਲਈਏ, ਕਿਉਂਕਿ ਚੋਣਾਂ ਦਾ ਦੌਰ ਹੈ, ਥੋੜ੍ਹਾ ਜਿਹਾ ਨੂੰ ਉਸ ਪੱਖ ਤੋਂ ਵੀ ਦੇਖ ਲਈਏ ਤਾਂ ਉਹਦਾ ਝੁਕਾਅ ਜਿਹੜਾ ਆਸਟ੍ਰੇਲੀਆ ਵੱਲ ਵੀ ਹੋਇਆ। ਪਰ ਇਹ ਕਦੇ ਨਹੀਂ ਹੋਏਗਾ ਕਿ ਕੈਨੇਡਾ ਇਮੀਗ੍ਰੇਸ਼ਨ ਬੰਦ ਕਰੇਗਾ ਜਾਂ ਟਾਈਟ ਕਰੇਗਾ। ਆਪਾਂ ਨੂੰ ਅੱਜ ਇਹ ਸਮਝਣਾ ਹੈ ਕਿ ਸਾਰੇ ਕਾਸੇ 'ਚੋਂ ਕਦੋਂ ਨਿਕਲਾਂਗੇ ਅਸੀਂ, ਸਮੂਥ ਕਦੋਂ ਹੋਵਾਂਗੇ। ਐਪਲੀਕੇਸ਼ਨ ਪਾਈ, ਵੀਜ਼ਾ ਲਿਆ ਤੇ ਕੈਨੇਡਾ ਚਲੇ ਗਏ, 2 ਮਸਲੇ ਨੇ, ਉਹਦੇ ਬਾਰੇ ਆਪਾਂ ਜਾਣਾਂਗੇ। ਨਾਲੋਂ ਨਾਲ ਟੈਕਨੀਕਲ ਗੱਲਾਂ, ਜਿਹੜੇ ਟ੍ਰੇਨਡ ਨੇ ਇਮੀਗ੍ਰੇਸ਼ਨ ਦੇ, ਜਿਨ੍ਹਾਂ ਨੂੰ ਪਹਿਲਾਂ IRCC ਕਹਿੰਦੇ ਸੀਗੇ, ਹੁਣ CICC ਦਾ ਨਾਮ ਜਿਹੜਾ ਤੁਸੀਂ ਜਾਣਨਾ ਸ਼ੁਰੂ ਕੀਤਾ ਹੈ। ਰਵੀ ਗਰਗ ਜੀ ਮੇਰੇ ਨਾਲ ਪਾਈਨਰ ਤੋਂ, ਔਰ ਦੂਸਰੇ ਮਹਿਮਾਨ ਜਿਨ੍ਹਾਂ ਦੇ ਕਾਫੀ ਪੱਖ ਕੈਨੇਡਾ ਤੋਂ ਅਸੀਂ ਲੈਣੇ ਨੇ, ਲਵਜੀਤ ਜੀ ਨੇ ਸੂ ਕਾਲਜ ਤੋਂ। ਹੁਣ ਸੂ ਕਾਲਜ ਤੁਹਾਨੂੰ ਦੱਸਤਾ, ਪਰ ਇਹ ਪ੍ਰੋਗਰਾਮ ਨੂੰ ਜ਼ਰੂਰ ਦੇਖਿਓ, ਇਹਦੇ 'ਚ ਬਹੁਤ ਸਾਰੇ ਬੈਨੀਫਿਟ ਅੱਜ ਤੁਹਾਡੇ ਨਾਲ ਅਸੀਂ ਸ਼ੇਅਰ ਕਰਨ ਦੀ ਕੋਸ਼ਿਸ਼ ਕਰਾਂਗੇ। ਡਾਕਟਰ ਸਾਹਿਬ, ਸਵਾਗਤ ਸਭ ਤੋਂ ਪਹਿਲਾਂ। ਸੰਧੂ ਸਾਹਿਬ, ਸ਼ੋਅ 'ਤੇ ਸੱਦਾ ਦੇਣ ਲਈ ਬਹੁਤ ਬਹੁਤ ਧੰਨਵਾਦ, ਅਤੇ ਸਾਰੇ ਦਰਸ਼ਕਾਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅਤੇ ਮੇਰੇ ਵੱਲੋਂ ਲਵਜੀਤ ਸਿੰਘ ਜੀ ਜਿਹੜੇ ਇੰਟਰਨੈਸ਼ਨਲ ਮੈਨੇਜਰ ਨੇ, ਜਿਹੜੇ ਇੰਡੀਆ ਦੇ ਵਾਸਤੇ ਸੂ ਕਾਲਜ ਜਿਹੜਾ ਹੈਗਾ, ਜਿਸ ਦੇ 3 ਕੈਂਪਸ ਨੇ। ਮੇਨ ਜਿਹੜਾ ਕੈਂਪਸ ਹੈਗਾ ਸੇਂਟ ਮੈਰੀ ਸਿਟੀ ਦੇ ਵਿੱਚ, ਅਤੇ ਟੋਰੰਟੋ ਦੇ ਵਿੱਚ, ਮਿਸੀਸਾਗਾ ਵਿੱਚ, ਬਰੈਂਪਟਨ ਦੇ ਵਿੱਚ ਵੀ ਕੈਂਪਸ ਹੈਗਾ ਇਹਨਾਂ ਦਾ, ਅਤੇ ਉਹਨਾਂ ਨੂੰ ਮੇਰੇ ਵੱਲੋਂ ਬਹੁਤ ਨਿੱਘਾ ਸਵਾਗਤ ਜੀ। ਲਵਜੀਤ ਜੀ, ਮੇਰੇ ਵੱਲੋਂ ਵੀ ਤੁਹਾਡਾ ਸਵਾਗਤ, ਦੇਸ਼ ਪ੍ਰਦੇਸ਼ ਦੀ ਪੂਰੀ ਟੀਮ ਵੱਲੋਂ। ਸਤਿ ਸ਼੍ਰੀ ਅਕਾਲ ਰਣਵੀਰ ਜੀ, ਸਾਰੇ ਸਟੂਡੈਂਟ ਜਿਹੜੇ ਇਸ ਦੇਖ ਰਹੇ ਨੇ, ਪੇਰੈਂਟਸ ਦੇਖ ਰਹੇ ਨੇ, ਮੈਂ ਸਾਰਿਆਂ ਨੂੰ ਸਭ ਤੋਂ ਪਹਿਲਾਂ ਆਈ ਹੋਪ ਕਿ ਲਾਈਕ ਤੁਸੀਂ ਸਾਰੇ ਠੀਕ ਹੋਵੋਗੇ ਆਪਣੇ ਆਪਣੇ ਘਰਾਂ ਦੇ ਵਿੱਚ। ਕੈਨੇਡਾ ਇੱਕ ਇਹੋ ਜਿਹੀ ਕੰਟਰੀ ਜਿਹਨੇ ਨਾ ਸਿਰਫ ਪੈਂਡਮਿਕ ਦੇ ਪਹਿਲਾਂ ਬਲਕਿ ਪੈਂਡਮਿਕ ਦੇ ਦੌਰਾਨ ਇੰਟਰਨੈਸ਼ਨਲ ਸਟੂਡੈਂਟਸ ਨੂੰ, ਉਹਨਾਂ ਨੂੰ ਇੱਕ ਇਹੋ ਜਿਹੀ ਸਪੋਰਟ ਦਿੱਤੀ, ਇੱਕ ਇਹੋ ਜਿਹਾ ਪਲੇਟਫਾਰਮ ਦਿੱਤਾ ਜਿਹਦੇ ਵਿੱਚ ਉਹਨਾਂ ਨੇ ਨਾ ਸਿਰਫ ਇੱਕ ਅੱਛੀ ਐਜੂਕੇਸ਼ਨ, ਇੱਕ ਅੱਛਾ ਕਰੀਅਰ, ਇੱਕ ਫॉर ਫਿਊਚਰ ਪ੍ਰੋਸਪੈਕਟ ਲਈ ਵੀ ਅਸੀਂ ਗੱਲ ਕਰੀਏ ਬਹੁਤ ਵਧੀਆ ਓਪਰਚੁਨਿਟੀ ਰਹੀ ਹੈ। ਜੇ ਅਸੀਂ ਗੱਲ ਕਰੀਏ ਇਸ ਮੂਵਮੈਂਟ ਦੇ ਵਿੱਚ ਜੋ ਕੈਨੇਡਾ ਦੇ, ਜਿੱਦਾਂ ਅਸੀਂ ਡਿਸਕਸ ਕਰ ਰਹੇ ਸੀ, ਮੈਂ ਤੁਹਾਡੀ ਗੱਲ ਨੂੰ ਥੋੜਾ ਅੱਗੇ ਤੋਰਾਂ ਜੀ। ਮੈਂ ਪੱਖ ਪੂਰਦਾ ਹਾਂ ਕੈਨੇਡਾ ਦਾ ਇਸ ਗੱਲੋਂ ਕਿ ਵਿਸ਼ਵ ਦੇ ਵਿੱਚ ਨੰਬਰ 1 ਰਿਹਾ ਲੋਕਾਂ ਦੀ ਕੇਅਰ ਕਰਨ ਦੇ ਵਿੱਚ ਵੀ, ਫੰਡ ਦੇਣ ਦੇ ਵਿੱਚ ਵੀ। ਐਗਜ਼ੈਕਟਲੀ ਹਰ ਤਰ੍ਹਾਂ ਦੀ ਸਪੋਰਟ ਕੀਤੀ, ਇਹਨਾਂ ਦੀਆਂ ਇੰਸਟਾਲਮੈਂਟ ਬੰਦ ਕਰਤੀਆਂ, ਸਰਕਾਰ ਨੇ ਭਰੀਆਂ, ਇਮੀਗ੍ਰੇਸ਼ਨ ਬੰਦ ਨਹੀਂ ਕੀਤੀ ਡਿਊਰਿੰਗ ਦਾ ਕੋਵਿਡ। ਬਿਲਕੁਲ ਇਹ ਪੋਜ਼ਿਟਿਵ ਸਾਈਨ ਸੀ ਕਿ ਇਹਨਾਂ ਨੂੰ ਬੰਦੇ ਚਾਹੀਦੇ ਆ, ਔਰ ਫੁੱਲ ਫਲੈਜ ਉਹਨਾਂ ਨੇ ਮਦਦ ਕੀਤੀ। ਬਿਲਕੁਲ ਇੱਕ ਯੂ ਟਰਨ ਆਉਂਦਾ, ਯੂ ਟਰਨ ਇਹ ਆਉਂਦਾ ਹੈ ਕਿ ਐਡਮਿਸ਼ਨਾਂ 'ਚ ਖੱਜਲ ਖੁਆਰੀ ਹੋਈ, ਐਡਮਿਸ਼ਨਾਂ ਤੋਂ ਬਾਅਦ ਰਿਜ਼ਲਟ 'ਚ ਖੱਜਲ ਖੁਆਰੀ ਹੋਈ, ਕਦੇ ਮੈਡੀਕਲ ਦੀਆਂ ਪ੍ਰੋਬਲਮ, ਕਦੇ ਅੰਬੈਸੀਆਂ ਨਹੀਂ ਖੁੱਲ੍ਹਦੀਆਂ, ਕਦੇ ਫਿੰਗਰ ਨਹੀਂ ਹੁੰਦੇ, ਕਦੇ ਵੱਡੀ ਤਾਦਾਦ ਰਿਫਿਊਜ਼ਲ ਦੀ ਆਉਂਦੀ ਹੈ। ਐਗਜ਼ੈਕਟਲੀ 2 ਅਲੱਗ-ਅਲੱਗ ਪੈਟਰਨ। ਪਹਿਲਾ ਪੈਟਰਨ ਬੜਾ ਸਾਫ਼ ਕਰਦਾ ਹੈ ਕਿ ਜੀ ਉਹ ਹਾਂ ਪੱਖੀ ਨੇ ਇਮੀਗ੍ਰੈਂਟਸ, ਹਰ ਪੱਖੋਂ ਪੈਸਾ ਵੀ ਦੇ ਰਹੇ ਨੇ। ਦੂਸਰਾ, ਸਿਸਟਮ ਗੜਬੜਾਇਆ, ਓਵਰ ਐਪਲੀਕੇਸ਼ਨ ਹੋ ਗਈ, ਬੈਕਲੌਗ ਫਸ ਗਿਆ, ਜਾਂ ਨੀਅਤ 'ਚ ਥੋੜੀ ਖੋਟ ਆ ਗਈ ਹੈ ਕਿ ਰੋਕ ਲਓ, ਸਾਲ ਬਾਅਦ ਦੇਖਾਂਗੇ ਕੀ ਹੋ ਕੀ ਰਿਹਾ, ਅੱਗੇ ਫਿਊਚਰ ਕੀ ਹੈਗਾ ਕੈਨੇਡਾ ਦਾ। ਸੀ ਸਭ ਤੋਂ ਇੰਪੋਰਟੈਂਟ ਰਣਵੀਰ ਜੀ ਇਸ ਮੂਵਮੈਂਟ 'ਚ ਜੋ ਕੰਸਰਨ ਹੈ, ਜੇ ਅਸੀਂ ਕੰਪੈਰੀਜ਼ਨ ਕਰੀਏ ਬਿਫੋਰ ਦਿਸ ਪੈਂਡੇਮਿਕ, ਰਾਈਟ ਜੀ, 2018-19 ਦੇ ਵਿੱਚ ਜੇ ਅਸੀਂ ਗੱਲ ਕਰੀਏ ਕੈਨੇਡਾ ਦੇ ਲਈ ਜਿਹੜੇ ਇੰਸਟੀਟਿਊਸ਼ਨਸ ਦੀ ਤਾਦਾਦ ਸੀ, ਇਟ ਵਾਸ ਵੈਰੀ ਲਿਮਿਟਿਡ ਜੀ। ਇਸ ਮੂਵਮੈਂਟ 'ਚ ਵੀ ਜੇ ਅਸੀਂ ਗੱਲ ਕਰੀਏ ਗਵਰਨਮੈਂਟ ਕਾਲਜਸ, ਮੈਂ ਬਾਰ-ਬਾਰ ਇੱਕ ਵਰਡ ਯੂਜ਼ ਕਰਾਂਗਾ, ਪਬਲਿਕ ਇੰਸਟੀਟਿਊਸ਼ਨ, ਗਵਰਨਮੈਂਟ ਕਾਲਜਸ, ਕਿਉਂਕਿ ਬਹੁਤ ਸਾਰੇ ਸਟੂਡੈਂਟ ਨੇ ਜਿਹੜੇ ਸਭ ਤੋਂ ਜ਼ਿਆਦਾ ਰਿਫਿਊਜ਼ਲ, ਬਿਕੋਜ਼ ਅਸੀਂ ਓਵਰਆਲ ਮਾਰਕੀਟ 'ਚ ਦੇਖ ਰਹੇ ਕਿ ਰਿਫਿਊਜ਼ਲ ਬਹੁਤ ਵਧ ਗਿਆ, ਬਟ ਵੀ ਨੈਵਰ ਟਰਾਈ ਟੂ ਫਾਈਂਡ ਆਊਟ ਦੀ ਰੀਜ਼ਨ ਕਿ ਰਿਫਿਊਜ਼ਲ ਦਾ ਰੀਜ਼ਨ ਕੀ ਰਿਹਾ। ਦੇਖੋ, ਜਦੋਂ ਤੁਸੀਂ ਇੱਕ ਪਾਰਟਿਕੂਲਰ ਇੰਸਟੀਟਿਊਸ਼ਨ ਦੇ ਵਿੱਚ ਜਿਹਦੇ ਰਿਕੁਆਇਰਮੈਂਟ 6.56 ਸੀ ਜਾਂ 6 ਓਵਰਆਲ 5.5 ਇਨ 1 ਮੋਡਿਊਲ, ਮੈਨੂੰ ਲਾਸਟ ਵੀਕ ਸਟੂਡੈਂਟ ਮਿਲਿਆ, ਸਟੂਡੈਂਟ ਇਜ਼ MBA, 6 ਓਵਰਆਲ 5.5, ਇੱਕ ਮੋਡਿਊਲ 'ਚ ਉਹਦੇ 5.5 ਸੀ, ਪ੍ਰਾਈਵੇਟ ਕਾਲਜ ਦੇ ਵਿੱਚ ਅੰਡਰਗ੍ਰੈਡ ਡਿਪਲੋਮਾ ਅਪਲਾਈ ਕਰ ਰਿਹਾ।
ਮੈਂ ਇੱਥੇ ਤੁਹਾਡੇ ਨਾਲ thousands of the students ਸਹਿਮਤੀ ਪ੍ਰਗਟਾਉਂਦਾ, ਮੈਂ ਸਹਿਮਤ ਨਹੀਂ ਤੁਹਾਡੀ ਇਸ ਚੀਜ਼ ਨਾਲ। ਬੜੇ ਸਾਰੇ ਕੰਸਲਟੈਂਟ ਜਦੋਂ ਸਾਡੇ ਕੋਲ ਸ਼ੋਅ ਕਰਨ ਆਉਂਦੇ ਨੇ, ਨਾਲ ਇਹ ਵੀ ਦੱਸਦੇ ਨੇ ਕਿ ਜੀ 7 ਬੈਂਡ ਸੀ, ਬੱਚੇ ਦੇ 84% ਨੰਬਰ ਸੀ, 90% ਨੰਬਰ ਸੀ, ਚੰਗੀ ਐਪਲੀਕੇਸ਼ਨਾਂ ਵੀ ਉੱਡ ਰਹੀਆਂ। ਓਬਵੀਅਸਲੀ ਭਾਜੀ, ਹੁਣ ਅਸੀਂ ਪੰਜਾਬੀ ਦਾ ਇੱਕ ਐਵੇਂ ਨਹੀਂ ਕਥਾਨ ਬਣਿਆ ਕਿ ਆਟੇ ਨਾਲ ਭੁੰਨ ਵੀ ਪੀਸਿਆ ਜਾਂਦਾ, ਇਹ ਫੈਕਟ ਹੈ। ਦਿਸ ਇਜ਼ ਦ ਰਿਐਲਿਟੀ। ਸਮ ਟਾਈਮ ਵਾਟ ਹੈਪਨ ਵੈਨ ਯੂ ਵਿਲ ਫਾਈਂਡ ਦ ਬਲਕ। ਜਦੋਂ ਉਹਦੇ ਕੋਲ ਐਪਲੀਕੇਸ਼ਨ ਆਉਂਦੀ ਹੈ, ਤੁਹਾਨੂੰ ਤਾਂ ਗਾਈਡ ਕਰਦੇ ਹੋਣੇ, ਆਉਂਦੀ ਹੈ, ਉਹ ਚੀਜ਼ਾਂ ਪੂਰੀਆਂ ਕਰਦਾ ਹੈ, ਤਾਂ ਘੁਣ ਨੂੰ ਕਿਵੇਂ ਪੀਸ ਰਹੇ ਨੇ ਉਹ? ਕੋਈ ਸੌਫਟਵੇਅਰ ਲਾਤਾ ਜਾਂ ਬੰਦਾ ਮੈਨੂਅਲ ਚੈੱਕ ਕਰ ਰਿਹਾ? ਸਭ ਤੋਂ ਪਹਿਲੀ ਗੱਲ ਕਿ ਜੋ ਫਰਸਟ ਪ੍ਰੈਫਰੈਂਸ ਜਿਹੜੀ ਵੀ ਪ੍ਰਾਈਵੇਟ ਇੰਸਟੀਟਿਊਸ਼ਨਸ ਦੇ ਨਾਲ ਕੰਪੈਰੀਜ਼ਨ ਕਰੀਏ ਕਿ ਆਲਵੇਜ਼ ਪ੍ਰੈਫਰੈਂਸ ਸ਼ੁੱਡ ਬੀ ਦ ਪਬਲਿਕ ਇੰਸਟੀਟਿਊਸ਼ਨ। ਹੁਣ ਇਹਦੇ ਤੋਂ ਬਾਅਦ ਕਾਲਜ ਯੂਨੀਵਰਸਿਟੀਜ਼ ਦੀ ਵੀ ਰਿਸਪੌਂਸਿਬਿਲਿਟੀ ਬਣਦੀ ਹੈ। ਹੁਣ ਜਿੱਦਾਂ ਰਵੀ ਸਰ ਨੇ ਕਿਹਾ ਹੋਣੇ ਕਿ ਜੇ ਕੋਈ ਬੱਚਾ ਅਪਲਾਈ ਕਰਦਾ, we opened our September intake day before yesterday only। ਅਸੀਂ ਕੱਲ ਰਾਤ ਨੂੰ अर्ਲੀ ਮਾਰਨਿੰਗ 2 ਵਜੇ ਸ਼ੁਰੂ ਕੀਤਾ, ਅੱਜ ਅਸੀਂ ਸ਼ੋਅ ਕਰ ਰਹੇ ਹਾਂ ਤੇ ਆਈ ਬਲੀਵ ਅੱਜ ਹੀ ਟੈਲੀਕਾਸਟ ਹੋਏਗਾ। ਤੇ ਇਹ ਵਾਲੇ ਸ਼ੋਅ ਦੇ ਵਿੱਚ ਤੁਸੀਂ ਜੇ ਡਿਟੇਲ ਚੈੱਕ ਕਰੋ, ਜਿਹੜੇ ਵੀ ਪ੍ਰੋਗਰਾਮ ਅਸੀਂ ਕੱਲ ਓਪਨ ਕੀਤੇ, ਵੀ ਮਾਈਟ ਕਲੋਜ਼ ਵਿਦਿਨ ਡੇ ਐਂਡ ਸੋ ਸਮ ਪ੍ਰੋਗਰਾਮ ਜਿਹੜੇ ਬਹੁਤ ਡਿਮਾਂਡ ਦੇ ਵਿੱਚ ਨੇ। ਜਦੋਂ ਤੁਸੀਂ ਇੱਕ ਇੰਸਟੀਟਿਊਸ਼ਨ ਦੇ ਵਿੱਚ ਅਸੀਂ ਕੈਟੇਗਰਾਈਜ਼ ਕਰਦੇ ਕਿ ਕਿੰਨੀਆਂ ਐਪਲੀਕੇਸ਼ਨ ਲੈਣੀਆਂ, ਕਿੰਨੀਆਂ ਅਸੀਂ ਫੀਸਾਂ ਲੈਣੀਆਂ, ਉਹ ਸਾਰੀਆਂ ਕਾਲਜ ਦੀ ਰਿਸਪੌਂਸਿਬਿਲਿਟੀ ਹੈ। ਹੁਣ ਮੇਰੇ ਕੋਲ ਜੇ ਸੀਟ 100 ਆ, ਮੈਂ 500 ਬੱਚਾ ਨਹੀਂ ਲੈ ਸਕਦਾ ਉਹਦੇ 'ਚ। ਜੇ ਮੈਂ 500 ਲੈਂਦਾ, ਮੈਨੂੰ ਪਤਾ 400 ਰਿਫਿਊਜ਼ਲ ਹੀ ਹੋਣੀ ਹੈ। ਸੋ ਇਟ ਇਜ਼ ਆਲ ਅਬਾਊਟ ਦੀ ਇੰਸਟੀਟਿਊਸ਼ਨਸ ਰਿਸਪੌਂਸਿਬਿਲਿਟੀ ਐਜ਼ ਵੈਲ ਐਜ਼। ਇਹ 'ਚ ਕੋਈ ਦੋ ਰਾਏ ਨਹੀਂ ਹੈ ਕਿ ਪੈਂਡੇਮਿਕ ਦੇ ਦੌਰਾਨ ਬਿਕੋਜ਼ ਕੈਨੇਡਾ ਨੇ ਬਹੁਤ ਸਪੋਰਟ ਕੀਤੀ ਇਮੀਗ੍ਰੈਂਟਸ ਨੂੰ, ਇੰਟਰਨੈਸ਼ਨਲ ਸਟੂਡੈਂਟ ਨੂੰ, ਇਹਦੇ ਦੌਰਾਨ ਸਟੂਡੈਂਟ ਦਾ ਇੰਟਰਸਟ ਬਹੁਤ ਵਧੀਆ, ਜਿਹਦੇ ਨਾਲ ਨੰਬਰ ਆਫ ਵੋਲਿਊਮ ਬਹੁਤ ਇੰਕਰੀਜ਼ ਹੋਇਆ। ਇਹ ਲਾਸਟ ਵੀਕ ਦੀ ਮਿਨਿਸਟਰੀ ਆਫ ਇਮੀਗ੍ਰੇਸ਼ਨ ਵੱਲੋਂ ਦੀ ਉਹਨਾਂ ਦੀ ਸਟੇਟਮੈਂਟ ਆਈ ਕਿ 1.8 ਮਿਲੀਅਨ ਫਾਈਲਸ ਆਰ ਪੈਂਡਿੰਗ, 18 ਲੱਖ ਫਾਈਲਾਂ ਪੈਂਡਿੰਗ ਆ ਜਿਹਨਾਂ ਦੇ ਰਿਜ਼ਲਟ ਆਣੇ ਆ। ਤਾਂ ਓਬਵੀਅਸਲੀ ਡਾਕਟਰ ਸਾਹਿਬ ਵੱਲ ਤੁਰਾਂਗੇ, ਉਸ ਤੋਂ ਪਹਿਲਾਂ ਮੇਰੇ ਦੋ ਬੜੇ ਅਹਿਮ ਸਵਾਲ ਨੇ। ਅਹਿਮ ਸਵਾਲ ਇਹ ਨੇ ਕਿ ਹਰ ਕਾਲਜ ਜਦੋਂ ਵੀ ਇਸ ਮੰਚ ਤੇ ਆਉਂਦਾ ਹੈ, ਦੇਸ਼ ਪ੍ਰਦੇਸ਼ ਦੇ ਦਰਸ਼ਕਾਂ ਦੇ ਨਾਲ ਆਪਣੀਆਂ ਗੱਲਾਂ ਸ਼ੇਅਰ ਕਰਦਾ ਹੈ, ਤਾਂ ਦੇਖਣ ਵਾਲਾ ਦਰਸ਼ਕ ਇਹ ਜ਼ਰੂਰ ਪੁੱਛਦਾ ਹੈ ਕਾਲਜ ਆਪਣੀ ਗੱਲ ਜ਼ਰੂਰ ਕਰ ਰਿਹਾ ਹੈ, USP ਕੀ ਹੈ, ਮੈਂ ਇਹਨਾਂ ਦੇ ਵਿੱਚ ਦਾਖਲਾ ਕਿਉਂ ਲਵਾਂ, ਮੈਨੂੰ ਬਾਕੀ ਨਾਰਮਲ ਕਾਲਜ ਨਾਲੋਂ ਇਹਦੇ ਵਿੱਚ ਕੀ ਮਿਲਣਾ? ਡਾਕਟਰ ਸਾਹਿਬ ਮੈਂ ਲਵਜੀਤ ਜੀ ਤੋਂ ਪੁੱਛ ਰਿਹਾ। ਓਕੇ, ਸੋ ਸੀ ਸਭ ਤੋਂ ਇੰਪੋਰਟੈਂਟ ਜਿੰਦਾ ਮੈਂ ਪਹਿਲਾਂ ਹੀ ਸਟਾਰਟ ਕੀਤਾ ਸੀ ਕਿ ਬੀਇੰਗ ਐਜ਼ ਐਨ ਪਬਲਿਕ ਇੰਸਟੀਟਿਊਸ਼ਨ ਵੀ ਆਰ ਦਾ ਓਨਟਾਰੀਓ ਬੇਸਡ ਪਬਲਿਕ ਕਾਲਜ, ਸਰਕਾਰੀ ਕਾਲਜ ਹੈ। ਦੂਸਰੀ ਗੱਲ ਜਿੱਦਾਂ ਰਵੀ ਸਰ ਨੇ ਆਲਰੇਡੀ ਦੱਸ ਦਿੱਤਾ ਹੈ ਕਿ ਵੀ ਆਰ ਹੈਵਿੰਗ ਆਰ ਕੈਂਪਸ ਇਨ ਸੂ ਸੇਂਟ ਮੇਰੀ। ਸੋ ਸੂ ਸੇਂਟ ਮੇਰੀ ਪਿਛਲੇ ਕੁਝ ਸਾਲਾਂ ਤੋਂ, ਅਸੀਂ ਪਿਛਲੇ 5-10 ਸਾਲਾਂ ਦੀ ਗੱਲ ਕਰੀਏ, ਨਾ ਸਿਰਫ ਇੰਡੀਆ ਬਲਕਿ ਵਰਲਡ ਵਾਈਡ ਸਟੂਡੈਂਟਸ ਦਾ ਇੰਟਰਸਟ ਰੀਜਨਲ ਏਰੀਆਜ਼ ਦੇ ਵਿੱਚ ਬਹੁਤ ਜ਼ਿਆਦਾ ਵੱਧ ਗਿਆ। ਅਨਡਾਊਟਡਲੀ ਵੀ ਹੈਵ ਆਰ ਕੈਂਪਸ ਇਨ ਟੋਰਾਂਟੋ, ਵੀ ਹੈਵ ਆਰ ਕੈਂਪਸ ਇਨ ਬਰੈਂਪਟਨ। ਟੋਰਾਂਟੋ ਡਾਊਨਟਾਊਨ 'ਚ ਆ, ਬਰੈਂਪਟਨ ਕੁਈਨ ਸਟਰੀਟ ਦੇ ਏਰੀਆ ਦੇ ਵਿੱਚ ਹੈਗਾ ਆ। ਪ੍ਰੋਗਰਾਮਸ ਵੀ ਅਵੇਲੇਬਲ ਨੇ ਅੰਡਰਗ੍ਰੈਡ ਐਂਡ ਪੋਸਟ ਗ੍ਰੈਜੂਏਟ, ਬਟ ਪੈਰਲਲੀ ਰੂਰਲ ਐਂਡ ਨਾਰਦਰਨ ਇਮੀਗ੍ਰੇਸ਼ਨ ਪਾਇਲਟ ਪ੍ਰੋਗਰਾਮ ਗਵਰਨਮੈਂਟ ਆਫ ਕੈਨੇਡਾ ਨੇ ਮਾਈਟ 19 'ਚ ਇਹ ਪ੍ਰੋਗਰਾਮ ਸਟਾਰਟ ਕੀਤਾ, ਜਿਹਦੇ ਵਿੱਚ 11 ਕਮਿਊਨਿਟੀਜ਼ ਨੂੰ ਅਪਰੂਵਲ ਮਿਲੀ। 11 ਕਮਿਊਨਿਟੀ ਮਤਲਬ 11 ਸਿਟੀਜ਼ ਨੂੰ ਅਪਰੂਵਲ ਮਿਲੀ। ਸੂ ਸੇਂਟ ਮੈਰੀ ਇਜ਼ ਦਾ ਫਸਟ ਕਮਿਊਨਿਟੀ ਜਿਹਨੂੰ RNIP ਦੇ ਅੰਡਰ ਐਕਸੈਪਟ ਕੀਤਾ ਗਿਆ। ਸੂ ਸੇਂਟ ਮੈਰੀ ਇਜ਼ ਦਾ ਫਸਟ ਕਮਿਊਨਿਟੀ ਜਿਹਨੂੰ ਮੈਕਸਿਮਮ ਇਨਵੀਟੇਸ਼ਨਸ approved ਹੋਏ ਨੇ under RNIP, and the best part is in Sault Ste. Marie there are only 2 institutions. We are the only public college in Sault Ste. Marie, and we are having that sort of program ਜਿਨ੍ਹਾਂ ਦੇ ਵਿੱਚ ਸਟੂਡੈਂਟਸ ਦੇ ਬਹੁਤ ਅੱਛੇ ਰਿਜ਼ਲਟ ਹੈ, ਨਾ ਸਿਰਫ ਬਲਕਿ ਵੀਜ਼ਾ ਬਲਕਿ ਈਵਨ ਆਫਟਰ ਵੀਜ਼ਾ career opportunity. We are highest in international student satisfaction. ਇੱਕ ਨਹੀਂ ਦੋ ਨਹੀਂ, 7-8 ਸਾਲਾਂ ਤੋਂ we are maintaining international student satisfaction, ਮਤਲਬ ਕਿ ਓਵਰਆਲ ਜੋ ਵੀ ਉਹਨਾਂ ਦੀ ਰਿਕੁਆਇਰਮੈਂਟ ਹੈ, ਜੋ ਕੁਆਲਿਟੀ ਹੈ, they are maintaining very well. ਇੰਟੇਕ ਤੁਸੀਂ ਦੱਸ ਹੀ ਦਿੱਤਾ ਕਿ ਇੰਟੇਕ ਖੁੱਲ੍ਹਾ ਹੈਗਾ ਸੈਪਟੈਂਬਰ ਦੁਆਰਾ। ਉਸ ਤੋਂ ਇਲਾਵਾ ਅਸੀਂ ਗੱਲ ਕਰਾਂਗੇ ਜੀ ਪ੍ਰੋਗਰਾਮਸ ਦੀ, ਤੇ ਹੋਰ ਬਹੁਤ ਸਾਰੀਆਂ ਅਟਰੈਕਸ਼ਨਸ ਜਿਹੜੀਆਂ ਨੇ ਇਸ ਕਾਲਜ ਦੀਆਂ। ਉਸ ਤੋਂ ਪਹਿਲਾਂ ਡਾਕਟਰ ਸਾਹਿਬ ਕੋਲ ਚੱਲਦੇ ਹਾਂ। ਡਾਕਟਰ ਸਾਹਿਬ, ਇਹ ਸਵਾਲ ਤੁਹਾਡੇ ਲਈ ਵੀ ਹੈ ਕਿ 18, 19, 17 ਦੇ ਵਿੱਚ ਲੰਗਰ ਲੱਗਿਆ ਸੀ ਵੀਜ਼ੇ ਦਾ, ਕੈਨੇਡਾ ਦਾ ਅਪਲਾਈ ਕਰਦੇ ਸੀ, ਮਿਲ ਜਾਂਦਾ ਸੀ। ਮੈਂ ਨਹੀਂ ਕਹਿੰਦਾ ਕਿ ਉਹਨਾਂ ਨੇ ਬੰਦ ਕਰਨਾ। 18 ਲੱਖ ਦੀ ਐਪਲੀਕੇਸ਼ਨ ਖੜੀ ਹੈ, ਜਾਂ ਦੇ ਵਿੱਚ ਹੋਰ ਬਹੁਤ ਸਾਰੇ ਕਾਰਨ ਨੇ। ਇਹ ਜਿਹੜੀ ਸਥਿਤੀ ਹੈ, ਇਹਨੂੰ ਕਿਵੇਂ ਨਜਿੱਠ ਰਹੇ ਹੋ ਤੁਸੀਂ? ਇੱਕ ਬੱਚਾ ਆਉਂਦਾ, ਚੰਗੀ ਭਲੀ ਪ੍ਰੋਫਾਈਲ ਲੈ ਕੇ ਆਉਂਦਾ, ਤੁਹਾਨੂੰ ਵੀ ਮਾਣ ਹੁੰਦਾ ਕਿ ਵੀਜ਼ਾ ਲੱਗੂਗਾ, ਉਹ ਜਵਾਬ ਦੇ ਕੇ ਭੇਜ ਦਿੰਦੇ ਨੇ। ਬਿਲਕੁਲ, ਦੇਖੋ ਸੰਧੂ ਸਾਹਿਬ, ਮੈਂ ਇਹ ਸਮਝਦਾ ਜੈਨੂਅਨਲੀ ਕੋਈ ਫਰਕ ਨਹੀਂ 17, 18, 19 ਦੀ ਜਿਹੜੀ ਤੁਸੀਂ ਗੱਲ ਕਰਦੇ ਹੋ, ਜਿਹੜੀ ਤੁਸੀਂ ਜਿੰਨੇ ਵੀ ਇੱਕ ਕਿਸਮ ਦੀ ਅੜਚਨਾਂ ਵਾਲੀਆਂ ਗੱਲਾਂ ਕੀਤੀਆਂ ਨੇ ਕਿ ਵੀ ਜਿਹੜੀ ਹਰਡਲਸ ਨੇ ਉਹ ਨੈਚੁਰਲ ਨੇ। ਪਹਿਲੀ ਹਰਡਲਸ ਦਾ ਪਹਿਲਾ ਰੀਜ਼ਨ ਇਹ ਹੈਗਾ ਕਿ ਸਾਰੇ ਕੰਟਰੀਜ਼, ਜਿਸ ਤਰ੍ਹਾਂ ਤੁਸੀਂ ਪਹਿਲਾਂ ਗੱਲ ਕਰਦੇ ਸੀ, ਲਵਜੀਤ ਜੀ ਨੇ ਦੱਸਿਆ, ਸਾਰੇ ਕੰਟਰੀਜ਼ ਬੰਦ ਸੀਗੇ। ਆਸਟ੍ਰੇਲੀਆ ਬੰਦ ਸੀ, ਨਿਊਜ਼ੀਲੈਂਡ ਹੁਣ ਵੀ ਬੰਦ ਹੈਗਾ। ਕੱਲ੍ਹ ਮੈਂ ਨਿਊਜ਼ ਦੇਖਦਾ ਪਿਆ ਸੀ, ਕਹਿੰਦੇ ਜੀ ਹੌਲੀ ਹੌਲੀ ਕਰਕੇ ਖੋਲਾਂਗੇ ਅਤੇ 23 ਦੇ ਵਿੱਚ ਨੋਰਮਲ ਕਰ ਦਿਆਂਗੇ ਅਸੀਂ। ਮਤਲਬ ਹਾਲੇ ਜਨਵਰੀ ਫਰਵਰੀ ਚੱਲਦਾ ਪਿਆ ਅਤੇ 23 ਹਾਲੇ ਸਾਲ ਬਾਅਦ ਨੋਰਮਲ ਫੁੱਲੀ ਨੋਰਮਲ ਕਰਨਗੇ ਹਾਲੇ, ਅਤੇ ਉਹ ਹਾਲੇ ਤੱਕ ਬੰਦ ਹੀ ਹੈ ਬਿਲਕੁਲ ਫੁੱਲੀ। ਇਸੇ ਤਰੀਕੇ ਨਾਲ ਬਾਕੀ ਕੰਟਰੀਜ਼ ਵੀ ਬੰਦ ਸੀਗੇ, ਔਰ ਕੈਨੇਡਾ ਨੇ ਫੁੱਲੀ ਜਿਹੜਾ ਕੋਆਪਰੇਟ ਕੀਤਾ, ਰੂਲਸ ਰੈਗੂਲੇਸ਼ਨ ਪੋਲਿਸੀਜ਼ ਨੂੰ ਫਲੈਕਸੀਬਲ ਕੀਤਾ। AIP ਜਦੋਂ ਈਵਨ ਕਿ VFS ਬੰਦ ਸੀ, ਵੀਜ਼ਾ ਨਹੀਂ ਲੱਗਦੇ ਪਏ ਸੀ ਪਾਸਪੋਰਟਸ 'ਤੇ, ਔਰ ਜਿਹੜੀ ਫਿੰਗਰ ਪ੍ਰਿੰਟਿੰਗ ਬਾਇਓਮੈਟ੍ਰਿਕਸ ਨਹੀਂ ਹੁੰਦੀ ਪਈ ਸੀ, ਤੇ AIP ਜਾਰੀ ਕਰ ਦਿੱਤੀਆਂ ਸੀ ਅਪਰੂਵਲ ਇਨ ਪ੍ਰਿੰਸੀਪਲ।
ਔਰ ਆਨਲਾਈਨ ਸਟੱਡੀਜ਼ ਅਲਾਉਡ ਕਰ ਦਿੱਤੀਆਂ ਬੈਠ ਕੇ। ਹੁਣ ਵੀ 31 ਅਗਸਤ ਤੱਕ ਅਲਾਉਡ ਹੈਗੀਆਂ ਨੇ। ਕੈਨੇਡਾ ਤੋਂ ਬਾਹਰ ਬੈਠ ਕੇ, ਇੰਡੀਆ ਜਾਂ ਕਿਸੇ ਵੀ ਕੰਟਰੀ ਜਾਂ ਕੈਨੇਡਾ ਪਹੁੰਚ ਕੇ ਕੈਨੇਡਾ ਬੈਠ ਕੇ ਵੀ ਇਨ ਪਰਸਨ ਨਾ ਵੀ ਹੋਵੇ ਤਾਂ ਤੁਸੀਂ ਕੰਪਿਊਟਰ ਤੇ ਸਟੱਡੀ। ਸੋ ਇਹ ਕੱਲ ਮੈਂ ਫਲੈਕਸੀਬਲ ਬਣਾਈ ਭਾਸ਼ਾ 'ਚ ਗੱਲ ਸੁਣਾਉਣ ਲੱਗਿਆ। ਕੱਲ ਇੱਕ ਬੜੀ ਵਧੀਆ ਗੱਲ ਕਿਸੇ ਨਾਲ ਸਾਂਝੀ ਕੀਤੀ, ਕਿਉਂਕਿ ਉਹ ਮੈਨੂੰ ਜਾਣਦੇ ਨੇ ਸਾਰੇ ਲੋਕ ਕਿ ਮੈਂ ਇਮੀਗ੍ਰੇਸ਼ਨ ਦਾ ਬੰਦਾ ਹਾਂ। ਪਿੰਡ ਦੇ ਬੰਦੇ ਨੇ ਗੱਲ ਸੁਣਾਈ, ਉਹਦੇ ਬੇਟੇ ਦਾ ਵੀਜ਼ਾ ਰਿਫਿਊਜ਼ ਹੋ ਗਿਆ ਸੀ। ਕਹਿੰਦੇ ਮੈਨੂੰ ਤਾਂ ਇਉਂ ਲੱਗਦਾ ਹੈ ਵੀ ਕੈਨੇਡਾ ਦਾ ਜਿਹੜਾ ਕੇਟਰ ਸੀ ਇੱਕ ਪੈਲਸ ਦੇ ਵਿੱਚ ਕੰਮ ਕਰਦਾ ਸੀ, ਉਹਨੂੰ ਲੱਗਿਆ ਕਿ ਹੁਣ ਬਾਕੀ ਦਾ ਕੇਟਰ ਭੱਜ ਗਏ, ਸਾਰੇ ਪੈਲਸਾਂ 'ਤੇ ਕਬਜ਼ਾ ਕਰ ਲਓ। ਉਹ ਕਬਜ਼ਾ ਕਰਨ ਦੇ ਚੱਕਰ 'ਚ ਟੀਮ ਇੱਕ ਸੀ, ਕਹਿੰਦਾ ਸਾਰੇ ਪੈਲਸਾਂ 'ਚ ਖਲਾਰਾ ਪਾ ਕੇ ਬਹਿ ਗਏ। ਉਹਨੇ ਦੇਸੀ ਭਾਸ਼ਾ ਸਮਝਾਇਆ, ਕਹਿੰਦਾ ਸਾਰੀਆਂ ਐਪਲੀਕੇਸ਼ਨਾਂ ਇਕੱਠੇ ਕਰਨ ਦੇ ਚੱਕਰ 'ਚ ਅੰਦਰ ਰੱਖ ਕੇ ਬੈਠ ਗਏ ਐਪਲੀਕੇਸ਼ਨਾਂ। ਇਹ ਹੋਇਆ ਇੱਕ ਵਰਤਾਰਾ ਹੋਇਆ ਕੈਨੇਡਾ। ਇਹਦੇ ਵਿੱਚ ਮੇਰਾ ਜੋ ਆਪਣਾ ਪਰਸਨਲ ਐਕਸਪੀਰੀਅੰਸ ਰਿਹਾ, ਆਈ ਬਲੀਵ ਅਸੀਂ ਤਿੰਨੋਂ ਐਗਰੀ ਵੀ ਹੋਵਾਂਗੇ ਕਿ ਬਾਈ 2017 ਜਾਂ 2018 ਤਾਂ ਇੰਸਟੀਟਿਊਸ਼ਨ ਜਿਹੜੇ ਅਵੇਲੇਬਲ ਸੀਗੇ ਉਹ ਬੜੇ ਲਿਮਿਟਿਡ ਸੀ। ਹੁਣ ਜੇ ਅਸੀਂ ਗੱਲ ਕਰੀਏ ਉਸ ਲਈ ਆਈ ਡੋਂਟ ਥਿੰਕ ਸੋ ਮੋਰ ਦੈਨ 200 ਇੰਸਟੀਟਿਊਸ਼ਨ ਤੋਂ ਜ਼ਿਆਦਾ ਕੋਈ ਐਪਲੀਕੇਸ਼ਨ ਜਾਂਦੀ ਸੀ। ਬਟ ਫਿਲਹਾਲ ਜੇ ਅਸੀਂ ਗੱਲ ਕਰੀਏ ਵੋਲਿਊਮ ਆਫ ਦਾ ਇੰਸਟੀਟਿਊਸ਼ਨ ਔਨ ਗਰਾਊਂਡ ਬਹੁਤ ਵੱਧ ਗਿਆ। ਇੰਸਟੀਟਿਊਸ਼ਨ ਹੁਣ ਪ੍ਰਾਈਵੇਟ ਇੰਸਟੀਟਿਊਸ਼ਨ ਚਾਹੇ ਉਹ ਕਿਊਬਿਕ ਦੇ ਵਿੱਚ ਹੋਣਗੇ, ਤੁਸੀਂ ਦੇਖੋ ਜਿਹੜੇ ਕਾਲਜ ਯੂਨੀਵਰਸਿਟੀ ਦੀ ਕਪੈਸਿਟੀ ਲਗਭਗ ਜੇ 1000 ਆ ਤੇ ਉਹ 5000 ਐਪਲੀਕੇਸ਼ਨ ਲੈ ਰਿਹਾ। ਅਨਡਾਊਟਲੀ ਉਹਨਾਂ ਤੇ ਐਕਸ਼ਨ ਵੀ ਹੋਏਗਾ, ਉਹਨਾਂ ਤੇ ਇਨ ਫਿਊਚਰ ਸਟੂਡੈਂਟਸ ਨੂੰ ਵੀ ਫੇਸ ਕਰਨਾ ਪਏਗਾ। ਸਟੂਡੈਂਟ, ਪੇਰੈਂਟਸ, ਏਜੰਟ ਸਾਰੇ ਫੇਸ ਕਰਨਗੇ। ਵੋਲਿਊਮ ਦੇ ਦੌਰਾਨ ਜਦੋਂ ਵੀ ਤੁਸੀਂ ਜਾਓ, ਪਹਿਲੀ ਪ੍ਰੈਫਰੈਂਸ ਤੁਸੀਂ ਕੋਸ਼ਿਸ਼ ਕਰੋ ਕਿ ਜੇ ਮੈਂ ਸਰਕਾਰੀ ਕਾਲਜ ਵੀ ਜਾ ਰਿਹਾ ਤੇ ਕਾਲਜ ਦੇ ਵਿੱਚ ਅਸੀਂ ਇੱਕ ਲਿਮਿਟਿਡ ਏਜੰਟਸ ਦਾ ਵੀ ਰਿਸਪੌਂਸਿਬਿਲਿਟੀ ਹੈ ਤੇ ਇੰਸਟੀਟਿਊਸ਼ਨ ਦੀ ਵੀ ਕਿ ਅਸੀਂ ਇੱਕ ਲਿਮਿਟਿਡ ਐਪਲੀਕੇਸ਼ਨ ਲਈਏ। ਸੀ ਇਮੀਗ੍ਰੇਸ਼ਨ ਦੇ ਪੁਆਇੰਟ ਆਫ ਵਿਊ ਤੇ ਮੈਂ ਜ਼ਿਆਦਾ ਨਹੀਂ ਬੋਲ ਸਕਦਾ। ਹੋਪਫੁਲੀ ਦੇ ਵਿਲ ਰਿਲੀਜ਼ ਦਾ ਰਿਜ਼ਲਟ ਵੈਰੀ ਸੂਨ। ਆਈ ਡੂ ਅੰਡਰਸਟੈਂਡ ਪੈਂਡੇਮਿਕ ਹਰ ਇੱਕ ਪਰਸਨ ਫੇਸ ਕੀਤਾ ਆ ਪ੍ਰੋਬਲਮ। ਫਿਰ ਇਹ ਗੱਲਾਂ ਚੱਲਦੀਆਂ ਰਹਿਣੀਆਂ, ਬਟ ਲੰਬੀਆਂ ਡਿਸਕਸ਼ਨਸ ਨੇ। 2 ਘੰਟੇ ਤੁਸੀਂ ਬਹਿਸ ਕਰ ਲਓ ਤਾਂ ਇੱਕ ਜਿਹੜਾ ਕੈਨੇਡਾ ਇੱਕ ਬਹੁਤ ਵੱਡਾ ਸਮੁੰਦਰ ਹੈ, ਇਹਦੇ ਬਾਰੇ ਆਪਾਂ ਮਤਲਬ ਅੱਧੇ ਘੰਟੇ 'ਚ ਕੁਝ ਨਿਚੋੜ ਨਹੀਂ ਕੱਢ ਸਕਦੇ। ਖੈਰ ਹਾਲਾਤ ਇਹ ਨੇ ਕਿ ਇਹ ਐਪਲੀਕੇਸ਼ਨ ਬਹੁਤ ਪਈ ਹੈ, ਘਬਰਾਉਣ ਦੀ ਕੋਈ ਲੋੜ ਨਹੀਂ। ਹੁਣ ਅੱਗੇ ਤੁਰਦੇ ਆ, ਜਿਨ੍ਹਾਂ ਨੇ ਹੁਣ ਜਾਣਾ ਜੀ ਸੈਪਟੈਂਬਰ ਦੇ ਵਿੱਚ, ਤੁਹਾਡੇ ਕੋਲ ਜਿਹੜੇ ਪ੍ਰੋਗਰਾਮਸ ਇਸ ਵਕਤ ਅਵੇਲੇਬਲ ਨੇ, ਕਿਸ ਤਰ੍ਹਾਂ ਦੇ ਪ੍ਰੋਗਰਾਮਸ ਨੇ ਔਰ ਫੀਸ ਸਟਰਕਚਰ ਕੀ ਰਹੇਗਾ? ਦੇਖੋ ਇਸ ਮੂਮੈਂਟ ਜਿਹੜੇ ਸਭ ਤੋਂ ਇੰਪੋਰਟੈਂਟ ਇਨਵੀਟੇਸ਼ਨ ਅਸੀਂ ਦੇ ਰਹੇ ਹਾਂ ਕਿਉਂਕਿ ਬਹੁਤ ਸਾਰਾ ਸਟੂਡੈਂਟ ਹੈ ਜਿਹੜਾ ਅਜੇ ਵੀ ਮਈ 22 ਇਨਟੇਕ ਦੇ ਲਈ ਆਪਣਾ ਇੰਟਰਸਟ ਸ਼ੋ ਕਰ ਰਿਹਾ ਬਿਕੋਜ਼ ਆਫ ਦੀ ਵੈਦਰ ਕੰਸਰਨ, ਬਿਕੋਜ਼ ਆਫ ਦੀ ਰਿਕੁਆਇਰਮੈਂਟ, ਬਿਕੋਜ਼ ਆਫ ਦੀ ਓਪਰਚੁਨਿਟੀਜ਼, ਬਿਕੋਜ਼ ਮਈ ਇਜ਼ ਅ ਪੀਰੀਅਡ ਜਿਹੜਾ ਮੋਸਟ ਆਫ ਦੀ ਟਾਈਮ ਜਿਹੜਾ ਕੈਨੇਡਾ 'ਚ ਵੈਕੇਸ਼ਨ ਪੀਰੀਅਡ ਹੁੰਦੇ ਆ, ਸਟੂਡੈਂਟ ਲਈ ਬਹੁਤ ਅੱਛੀਆਂ ਓਪਰਚੁਨਿਟੀਜ਼ ਹੁੰਦੀਆਂ। ਪਹਿਲਾਂ ਮਈ ਇਨਟੇਕ ਨਹੀਂ ਹੁੰਦਾ ਸੀ, ਬਟ ਪਿਛਲੇ ਲਗਭਗ 5-7 ਸਾਲਾਂ ਤੋਂ ਜੇ ਅਸੀਂ ਗੱਲ ਕਰੀਏ ਕਾਲਜ ਯੂਨੀਵਰਸਿਟੀਜ਼ ਨੇ ਮਈ ਇਨਟੇਕ ਦੇ ਵਿੱਚ ਕੁਝ ਸਪੈਸ਼ਲ ਪ੍ਰੋਗਰਾਮ ਤਿਆਰ ਕੀਤੇ। ਜੇ ਅਸੀਂ ਸੂ ਕਾਲਜ ਦੀ ਗੱਲ ਕਰੀਏ, ਵੀ ਹੈਵ programs in our Brampton Toronto campus, we have programs in our main campus ਜੋ ਕਿ ਸੂ ਸੈਂਟ ਮੇਰੀ RNIP ਦੇ ਅੰਦਰ ਹੁੰਦਾ ਹੈ। ਜੇ ਅਸੀਂ ਪ੍ਰੋਗਰਾਮਸ ਦੀ ਰਿਕੁਆਇਰਮੈਂਟ ਦੀ ਗੱਲ ਕਰੀਏ ਫॉर ਮਾਈ ਇਨਟੇਕ, ਅਟਰੈਕਟ ਕਰਦੀ RINP ਸਟੂਡੈਂਟਸ ਨੂੰ ਜਾਂ ਗਿਆਨ ਹੈ ਹੀ ਨਹੀਂ ਹਲੇ? ਸੀ ਐਕਚੁਅਲ ਦੀ ਸਭ ਤੋਂ ਵੱਡੀ ਗੱਲ ਕੀ ਤੁਸੀਂ ਅਵੇਅਰਨੈਸ ਕਿਸ ਲੈਵਲ ਦੇ ਰੱਖਦੇ ਹੋ। ਮੈਂ ਇਮੀਗ੍ਰੇਸ਼ਨ ਦੇ ਬਾਰੇ ਖੁਦ ਨਹੀਂ ਬੋਲ ਸਕਦਾ ਬਿਕੋਜ਼ ਵੀ ਹੈਵ ਲਾਈਕ ਅ ਰਿਸਪੈਕਟਡ ਇਮੀਗ੍ਰੇਸ਼ਨ ਪਰਸਨ ਵਿਦ ਅਸ। ਉਹ ਜ਼ਿਆਦਾ ਦੱਸ ਸਕਦੇ ਨੇ ਕਿ ਵਟ ਇਜ਼ ਅ ਬੈਨੀਫਿਟ ਟੂ ਗੋ ਫॉर ਸਚ ਕਾਈਂਡ ਆਫ ਏਰੀਆਜ਼। ਜਿਸ ਤਰ੍ਹਾਂ ਲਵਜੀਤ ਜੀ ਨੇ ਦੱਸਿਆ ਹੈ ਕਿ ਵੱਖ-ਵੱਖ ਜਗ੍ਹਾ ਦੇ ਕੈਂਪਸ ਨੇ, ਹਰ ਕੈਂਪਸ ਦੀ ਆਪਣੀ ਖੂਬਸੂਰਤੀ, ਆਪਣੀ ਇੱਕ ਅਟਰੈਕਸ਼ਨ ਹੈ, ਆਪਣੀ ਇੱਕ USP ਹੈ। ਬਿਲਕੁਲ। ਜੇ ਮੈਂ RINP ਵੱਲ ਆਵਾਂ, ਕੀ ਤੁਸੀਂ ਸਮਝਾਉਣ ਦੇ ਸਮਰੱਥ ਹੁੰਦੇ ਹੋ ਬੱਚੇ ਨੂੰ? ਬੱਚਾ ਸਮਝਣ ਤੋਂ ਬਾਅਦ ਉਹਨੂੰ ਐਕਸੈਪਟ ਕਰਦਾ ਹੈ ਕਿ ਹਾਂ ਜੀ ਇਹ ਕਾਲਜ ਮੇਰੇ ਲਈ ਔਰ ਇਹ ਲੋਕੇਸ਼ਨ ਬੈਟਰ ਹੈ? ਦੇਖੋ ਸੰਧੂ ਸਾਹਿਬ, ਬੜੀ ਪੁਰਾਣੀ ਗੱਲ ਚੱਲੀ ਆ ਰਹੀ ਹੈ, ਉਹੀ ਟੋਰਾਂਟੋ ਬਰੈਂਪਟਨ ਮਿਸੀਸਾਗਾ ਤੇ ਦੂਸਰਾ ਜਿਹੜਾ ਹੈਗਾ ਉਹ ਸਰੀ ਵੈਨਕੂਵਰ। 75% ਜਿਹੜੇ ਬੱਚੇ ਨੇ ਉਹ ਆਪਣਾ ਮਨ ਬਣਾ ਕੇ ਆਉਂਦੇ ਨੇ, ਜਾਂ ਰਿਸ਼ਤੇਦਾਰ ਉੱਥੇ ਰਹਿੰਦੇ ਨੇ, ਜਾਂ ਕੰਮ ਜ਼ਿਆਦਾ ਚਾਹੀਦਾ, ਇੱਦਾਂ ਦਾ ਕੁਝ ਗੱਲਾਂ ਸੋਚ ਕੇ ਆਉਂਦੇ ਨੇ। ਔਰ ਕੋਈ ਨਾ ਕੋਈ ਜਾਣ ਪਛਾਣ ਭਾਵੇਂ ਕੈਨੇਡਾ 'ਚ ਹੋਵੇ, ਭਾਵੇਂ ਇੰਡੀਆ 'ਚ ਹੋਵੇ, ਭਾਵੇਂ ਗੁਆਂਢੀਆਂ ਨਾਲ ਗੱਲ ਕਰ ਲਈ, ਉਹ ਸੋਚ ਵਿਚਾਰ ਕੇ ਆਉਂਦੇ ਨੇ। ਉਹ ਕੋਈ ਵੱਡੀ ਗੱਲ ਨਹੀਂ, ਇਹ ਵੀ ਸੋਚ ਲੈਂਦੇ, ਅਸੀਂ ਕੁਝ ਵੀ ਸਮਝਾਈਏ ਇਹ ਵੀ ਸੋਚ ਲੈਂਦੇ ਹੁਣ ਕਿ ਪਤਾ ਨਹੀਂ ਸ਼ਾਇਦ ਕੋਈ ਆਪਣੇ ਬੈਨੀਫਿਟ ਵਾਸਤੇ ਕੋਈ ਗੱਲ ਕਰਦੇ ਨਹੀਂ। ਸੋ ਉਹ 25% ਇਹ ਦੱਸਿਆ ਕਰੋ ਨਾ ਡਾਕਟਰ ਸਾਹਿਬ, 25% ਜਿਹੜੇ ਨੇ ਕਿ ਜੇ ਨਹੀਂ ਮੰਨਦੇ ਫਿਰ ਤੁਸੀਂ ਨੋਵਾ ਸਕੋਸ਼ੀਆ ਲਾਣੇ 2 ਸਾਲ, ਕਦੇ ਮੈਨੀਟੋਬਾ ਲਾਣੇ, ਚੰਗਾ ਭਲਾ ਇੱਥੇ ਹੀ ਲਾ ਲਓ। ਬਿਲਕੁਲ। ਉਹ ਦੇਖੋ ਇਹ ਸਾਰਾ ਕੁਝ ਦੱਸੀਦਾ ਚੰਗੀ ਤਰ੍ਹਾਂ, ਕਿਉਂਕਿ ਦੇਖੋ ਪਾਇਨੀਅਰ ਇਮੀਗ੍ਰੇਸ਼ਨ ਤਾਂ 2003 ਤੋਂ ਰੱਬ ਦੇ ਬੰਦੇ ਬਣ ਕੇ, ਰੱਬ ਦੀ ਸਹੁੰ ਖਾ ਕੇ, ਬਿਲਕੁਲ ਰੱਬ ਨੂੰ ਹਾਜ਼ਰ ਨਾਜ਼ਰ ਮੰਨ ਕੇ ਜਿਹੜੇ ਤੁਸੀਂ ਗੱਲ ਕਰਦੇ ਪਏ ਹੋ RINP ਦੀ, ਇਹ ਸਾਰੀਆਂ ਜਿਹੜੀਆਂ ਹੋਰ ਜਿਹੜੀਆਂ ਵੀ ਪੋਸੀਬਿਲਿਟੀਜ਼ ਨੇ, ਸਸਕੈਚੁਅਨ ਨੋਮੀਨੇਸ਼ਨ ਪ੍ਰੋਗਰਾਮ ਹੈਗਾ ਜਾਂ ਹੋਰ ਜਿਹੜੇ ਪਾਇਲਟ ਪ੍ਰੋਗਰਾਮਸ ਹੈਗੇ ਨੇ, ਜਿੰਨੇ ਵੀ PR ਦੇ ਪ੍ਰੋਗਰਾਮਸ ਹੈਗੇ ਨੇ, ਉਹਨਾਂ ਨੂੰ ਦੱਸੀਦਾ ਪਹਿਲੇ ਨੰਬਰ 'ਤੇ, ਉਹਨਾਂ ਨੂੰ ਉਹ ਦੱਸੀਦਾ ਤਾਂ ਕਿ ਬਾਅਦ 'ਚ ਧੱਕੇ ਨਾ ਖਾਣੇ ਪੈਣ, ਬੱਚਿਆਂ ਨੂੰ ਔਖਾ ਨਾ ਹੋਣਾ ਪਏ। ਸਾਨੂੰ ਨੌਲੇਜ ਹੈਗੀ ਆ, ਉਸ ਦਾ ਫਾਇਦਾ ਦੇ ਸਕੀ। ਪਰ ਉਸ ਦੇ 'ਚ ਅਗੇਨ 75% ਆਪਣੀ ਮਰਜ਼ੀ ਕਰਦੇ ਨੇ, 25% ਜਿਹੜੇ ਸਾਨੂੰ ਮਾਣ ਇੱਜ਼ਤ ਦੇ ਕੇ, ਉਹੀ ਵਿਸ਼ਵਾਸ ਕਰਕੇ, ਵੈਲਿਊ ਦੇ ਕੇ ਮੰਨ ਲੈਂਦੇ ਨੇ, ਹਾਂ ਜੀ ਇੰਨੇ ਸਾਲ ਤੋਂ ਹੈਗੇ ਨੇ, ਬੜੇ ਜੈਨੂਅਨ ਨੇ, ਜਾਂ ਫੇਸ ਰੀਡਿੰਗ ਨਾਲ ਵੀ ਬੜੇ ਓਨੈਸਟ ਸਿੰਸੀਅਰ ਬੰਦੇ ਨੇ, ਜਿੱਦਾਂ ਕਹਿਤਾ ਉੱਦਾਂ ਕਰ ਲਿਆ, ਤੇ ਡੈਫੀਨੇਟਲੀ ਉਹ ਬੈਨੀਫਿਟ ਲੈਂਦੇ ਨੇ। ਲੇਕਿਨ 25% ਦੇ ਕਰੀਬ ਡੈਫੀਨੇਟਲੀ ਜਿਹੜੀ ਅਸੀਂ ਗੱਲ ਦੱਸਦੇ ਹਾਂ ਉਸ ਨੂੰ ਮੰਨਦੇ ਨਹੀਂ ਜੀ। ਸਮਾਂ 2-3 ਮਿੰਟ ਹੀ ਹੈ ਜੀ, ਡਾਕਟਰ ਸਾਹਿਬ ਤੋਂ ਵੀ ਓਪੀਨੀਅਨ ਲੈਣੀ ਹੈ ਤੁਹਾਡੇ ਤੋਂ। ਮੈਂ ਤੁਹਾਡੇ ਵੱਲ ਆਊਂਗਾ। ਸਾਰੀਆਂ ਗੱਲਾਂ ਪ੍ਰੋਗਰਾਮ, ਕਾਲਜ, ਕੋਰਸ, ਲੋਕੇਸ਼ਨਾਂ ਦੀਆਂ, ਬੈਨੀਫਿਟਸ ਦੀਆਂ ਇਸ ਕਾਲਜ ਦੀਆਂ ਹੋ ਗਈਆਂ। ਹੁਣ ਆਪਾਂ ਅੱਗੇ ਤੁਰਦੇ ਹਾਂ ਕਿ ਇੱਕ ਬੱਚੇ ਦਾ ਮਨ ਬਣਦਾ ਹੈ, ਉਹ ਡਿਟੇਲ 'ਚ ਜਾਣਨਾ ਚਾਹੁੰਦਾ ਹੈ। ਇੱਕ ਤਾਂ ਉਹਨਾਂ ਕੋਲ ਆਪਸ਼ਨਸ ਹੈਗੀ ਕਿ ਡਾਕਟਰ ਸਾਹਿਬ
ਦੀ ਟੀਮ ਬੈਠੀ ਹੈ, ਹਰ ਸ਼ਹਿਰ ਦੇ ਵਿੱਚ ਬੈਠੀ ਹੈ, ਉਹਨਾਂ ਨੂੰ ਜਾ ਕੇ ਮਿਲ ਸਕਦੇ ਨੇ। ਹੋਰ ਕਾਲਜ ਦੇ ਬਾਰੇ ਜਾਣਨ ਲਈ, ਐਡਮਿਸ਼ਨ ਲੈਣ ਲਈ ਜਾਂ ਬਾਕੀ ਸੰਪਰਕ ਕਰਨ ਵਾਸਤੇ ਕੀ ਮਾਧਿਅਮ ਬਣਾਏ ਹੋਏ ਨੇ? ਦੇਖੋ ਸੂ ਕਾਲਜ ਦਾ ਸਭ ਤੋਂ ਬੈਸਟ ਆਪਸ਼ਨ ਕੀ ਹੈ ਕਿ ਅਸੀਂ ਜਿੰਨੀ ਵੀ ਐਪਲੀਕੇਸ਼ਨ ਰਿਕਮੈਂਡ ਕਰਦੇ ਹਾਂ, ਮੈਂ ਬਾਰ-ਬਾਰ ਇਹ ਲਫ਼ਜ਼ ਹਰ ਇੱਕ ਸੈਸ਼ਨ 'ਚ ਬੋਲਦਾ, ਚਾਹੇ ਉਹ ਵਰਚੁਅਲ ਹੋਵੇ ਜਾਂ ਜਿਸ ਤਰ੍ਹਾਂ ਵੀ ਹੋਵੇ, ਜਦੋਂ ਵੀ ਤੁਸੀਂ ਅਪਲਾਈ ਕਰਨਾ ਚਾਹੁੰਦੇ ਹੋ ਯੂ ਸ਼ੁੱਡ ਅਪਲਾਈ ਥਰੂ ਵਨ ਆਫ ਆਰ ਡਾਇਰੈਕਟ ਏਜੰਟ। ਮੈਂ ਡਾਇਰੈਕਟ ਏਜੰਟ ਤਾਂ ਕਹਿ ਰਿਹਾ, ਉਹ ਸਾਡੇ ਡਾਇਰੈਕਟ ਐਸੋਸੀਏਟਡ ਨੇ ਜਿਨ੍ਹਾਂ ਨਾਲ ਅਸੀਂ ਡਾਇਰੈਕਟ ਐਪਲੀਕੇਸ਼ਨ ਲੈ ਰਹੇ ਹਾਂ। ਸੂ ਕਾਲਜ ਡਾਇਰੈਕਟ ਐਪਲੀਕੇਸ਼ਨ ਨਹੀਂ ਲੈਂਦਾ। ਅਸੀਂ ਰਿਕਮੈਂਡ ਕਰਦੇ ਹਾਂ ਕਿ ਬਿਕੋਜ਼ ਆਈ ਹੈਵ ਸੀਨ ਦ ਐਕਸਪੀਰੀਅੰਸ ਕਿ ਬੱਚੇ ਉਹਨਾਂ ਥਰੂ ਅਪਲਾਈ ਕਰਦੇ ਜਿਨ੍ਹਾਂ ਕੋਲ ਕਾਲਜ ਯੂਨੀਵਰਸਿਟੀ ਡਾਇਰੈਕਟ ਨਹੀਂ ਹੈ। ਜਦੋਂ ਤੁਸੀਂ ਡਾਇਰੈਕਟ ਐਪਲੀਕੇਸ਼ਨ ਜਿਹੜੇ ਏਜੰਟ ਦੇ ਥਰੂ ਅਪਲਾਈ ਕਰੋਗੇ, ਉਹਦੇ ਸਭ ਤੋਂ ਇੰਪੋਰਟੈਂਟ ਕੀ ਹੈ ਕਿ ਤੁਹਾਡੀ ਕਮਿਊਨੀਕੇਸ਼ਨ ਗੈਪ ਨਹੀਂ ਹੋਏਗਾ। ਫੋਰ ਐਗਜ਼ਾਮਪਲ ਅਸੀਂ ਪਰਸੋਂ ਕੱਲ ਰਾਤ ਨੂੰ 2 ਵਜੇ ਓਪਨ ਕੀਤਾ। ਆਈ ਸਟਿਲ ਰਿਮੈਂਬਰ ਇਹਨਾਂ ਦੇ ਮੈਨੇਜਰ ਰਾਤੀ 2 ਵਜੇ ਐਪਲੀਕੇਸ਼ਨ ਅਪਲਾਈ ਕਰ ਰਹੇ ਸੀ ਬਿਕੋਜ਼ ਦੇ ਨੋ ਕਿ ਐਪਲੀਕੇਸ਼ਨ ਦਾ ਗੈਪ ਆਏ ਪੇਨ ਕਾਲ ਥੋੜਾ ਲਏਗਾ। ਬਿਲਕੁਲ, ਇਹ ਚੀਜ਼ਾਂ ਬਹੁਤ ਜ਼ਿਆਦਾ ਇੰਪੋਰਟੈਂਟ ਨੇ ਕਿਉਂਕਿ ਅਸੀਂ ਰਿਕਮੈਂਡ ਕਰਦੇ ਹਾਂ ਕਿ ਤੁਸੀਂ ਡਾਇਰੈਕਟ ਪਾਰਟਨਰਸ ਤੋਂ ਅਪਲਾਈ ਕਰੋ। ਸੈਕੰਡਲੀ ਤੁਹਾਡੀ ਸਰਵਿਸ, ਜੇ ਅਸੀਂ ਗੱਲ ਕਰੀਏ ਐਵਰੇਜ ਪ੍ਰੋਸੈਸਿੰਗ ਟਾਈਮ ਆਫਰ ਲੈਟਰ ਦਾ ਅਰਾਊਂਡ 7 to 10 ਵਰਕਿੰਗ ਡੇਜ਼ ਆਇਆ। ਈਵਨ ਦੋ ਮਾਈ ਇਨਟੇਕ ਜੇ ਕੋਈ ਬੱਚੇ ਦੇ 6 ਓਵਰਆਲ ਪੀਜੀ ਦੇ ਵਿੱਚ ਵੀ 5.5 ਇੱਕ ਮੋਡਿਊਲ 'ਚ ਆ, ਉਹ ਐਕਸੈਪਟੇਬਲ ਹੈ ਟਿਲ ਮਾਈ ਇਨਟੇਕ। ਫॉर ਸਤੰਬਰ ਇਨਟੇਕ 6.56 ਈਚ ਇਜ਼ ਦਾ ਰਿਕੁਆਇਰਮੈਂਟ ਫॉर ਪੀਜੀ। ਅਸੀਂ ਪੀਟੀ, ਡੁਇਲਿੰਗੋ, ਟੋਇਫਲ ਸਾਰਿਆਂ ਦੇ ਬੇਸ ਤੇ ਐਪਲੀਕੇਸ਼ਨ ਲੈ ਸਕਦੇ ਹਾਂ। ਪੈਰਲਲੀ ਗੱਲ ਕਰੀਏ ਅੰਡਰਗ੍ਰੈਡ, ਚਾਹੇ ਕੋਈ ਵੀ ਫੀਲਡ ਹੋਵੇ, ਆਰਟਸ, ਕਮਰਸ, ਮੈਡੀਕਲ, ਨਾਨ ਮੈਡੀਕਲ, ਈਵਨ ਫॉर ਪੀਜੀ ਕੋਈ ਵੀ ਫੀਲਡ ਹੋਵੇ, ਦੇਰ ਆਰ 2 ਪ੍ਰੋਗਰਾਮ ਜਿਹੜੇ ਮੈਂ ਹਾਈਲਾਈਟ ਕਰਾਂਗਾ। ਟੋਰਾਂਟੋ ਦੇ ਵਿੱਚ ਅਵੇਲੇਬਲ ਨੇ, ਬਰੈਂਪਟਨ 'ਚ ਅਵੇਲੇਬਲ ਨੇ। ਪਹਿਲਾ ਪ੍ਰੋਗਰਾਮ ਹੈ ਸਾਈਬਰ ਸਿਕਿਉਰਿਟੀ ਕੈਨੇਡੀਅਨ ਕੰਟੈਕਸਟ ਐਂਡ ਸੈਕੰਡ ਵਨ ਇਜ਼ ਹੈਲਥ ਕੇਅਰ ਲੀਡਰਸ਼ਿਪ ਕੈਨੇਡੀਅਨ ਕੰਟੈਕਸਟ। ਸੀ ਕੈਨੇਡੀਅਨ ਕੰਟੈਕਸਟ ਦੈਟ ਇਜ਼ ਅ ਨਿਊ ਟਰਮ ਵਿਚ ਵੀ ਹੈਵ ਇੰਟਰੋਡਿਊਸ ਇਨ ਦਾ ਇੰਡਸਟਰੀ, ਜਿਹਦੇ ਵਿੱਚ ਬੱਚਿਆਂ ਦੇ ਜੇ 2 ਸਾਲ ਦੇ ਪੀਜੀ ਪ੍ਰੋਗਰਾਮ ਆ, ਮਤਲਬ 4 ਸਮੈਸਟਰਾਂ ਵਿੱਚੋਂ 3 ਸਮੈਸਟਰ ਸਟੱਡੀ ਐਂਡ 4th ਸਮੈਸਟਰ ਇਜ਼ ਕੰਪਲੀਟ ਇੰਟਰਨਸ਼ਿਪ ਐਂਡ ਆਫਟਰ ਦੈਟ ਜੇ ਸਟੂਡੈਂਟ ਫੁੱਲ ਟਾਈਮ ਵਰਕ ਪਰਮਿਟ ਲਈ ਵੀ ਜਾਂਦੇ ਨੇ, ਦੇ ਆਰ ਐਲੀਜੀਬਲ ਫॉर ਇੰਟਰਨਸ਼ਿਪ ਦੀ ਡੈਫੀਨੇਸ਼ਨ ਕੋ-ਆਪ ਪ੍ਰੋਗਰਾਮ ਹੈ ਜਾਂ ਕੁਝ ਹੋਰ ਹੈ? ਨਹੀਂ ਜੀ, ਹੁਣ ਇਹਦੇ 'ਚ ਜ਼ਿਆਦਾਤਰ ਬੱਚਿਆਂ ਦੇ ਮਾਈਂਡ 'ਚ ਇੱਕ ਚੀਜ਼ ਤਿਆਰ ਹੋ ਗਈ ਕਿ ਕੋਪ ਬਟ ਇਹਦੇ ਵਿੱਚ 2 ਚੀਜ਼ ਆਇਆ। ਜਿਹੜਾ ਕੋਪ ਇਜ਼ ਅ ਪੇ ਟਰਮ, ਕੋਪ ਜਿਹੜੀ ਹੁੰਦੀ ਆ ਉਹ ਪੇ ਟਰਮ ਹੁੰਦੀ ਆ, ਉਹਦੇ ਜਿਹੜਾ ਇੰਟਰਨਸ਼ਿਪ ਹੋਏਗੀ ਉਹ 'ਚ ਤੁਹਾਨੂੰ ਪੇਮੈਂਟ ਮਿਲੇਗੀ, ਯੂ ਵਿਲ ਬੀ ਏਬਲ ਟੂ ਅਰਨ। ਬਟ ਜਿਹੜੀ ਤੁਹਾਡੀ ਪਲੇਸਮੈਂਟ ਹੋਏਗੀ, ਇੰਟਰਨਸ਼ਿਪ ਹੋਏਗੀ, ਉਹ ਅਨਪੇਡ ਆ। ਦੇਖੋ ਬੱਚਿਆਂ ਦਾ ਇੰਡੀਆ ਦੇ ਵਿੱਚ ਕੀ ਹੁੰਦਾ ਕਿ ਦੇ ਵਾਂਟ ਟੂ ਗੋ ਟੂ ਕੈਨੇਡਾ, ਉਹਦੇ ਵਿੱਚ ਉਹ ਆਪਣਾ ਜੌਬ ਵੀ ਕਰਨਾ ਚਾਹੁੰਦੇ ਆ, ਬਟ ਇੰਡੀਆ 'ਚ ਉਹ ਫਰੈਸ਼ਰ ਨੇ। ਨਾਰਥ ਅਮਰੀਕਨ ਸਿਸਟਮ ਇਜ਼ ਟੋਟਲੀ ਡਿਫਰੈਂਟ ਐਜ਼ ਕੰਪੇਅਰ ਟੂ ਇੰਡੀਆ। ਜੀ ਜਦੋਂ ਤੁਸੀਂ ਜੌਬ ਅਪਲਾਈ ਕਰਨੀ ਆ, ਯੂ ਸ਼ੁੱਡ ਅੰਡਰਸਟੈਂਡ ਕਿ ਅਪਲਾਈ ਕਿਸ ਤਰੀਕੇ ਨਾਲ ਕਰਨੀ ਆ। ਉਹਦੇ 'ਚ ਅਪਲਾਈ ਕਰਨ ਦੇ ਬਹੁਤ ਮੈਥਡ ਨੇ, ਜਿਹਦੇ 'ਚ ਕਾਲਜ 'ਚ ਆਪਣਾ ਕਰੀਅਰ ਸੈਂਟਰ ਆ, ਜਿਹ 'ਚ ਅਸੀਂ ਬੱਚਿਆਂ ਨੂੰ ਗਾਈਡ ਕਰੀਦਾ ਫॉर ਵੇਰੀਅਸ ਡਿਫਰੈਂਟ ਅਪਰਚੁਨਿਟੀ, ਈਵਨ ਦ ਲੋਕਲ ਕਮਿਊਨਿਟੀ ਆਲਸੋ ਸਪੋਰਟਿੰਗ। ਹੁਣ ਉਹਨਾਂ ਸਾਰਿਆਂ ਦੇ ਵਿੱਚ ਜਦੋਂ ਅਸੀਂ ਕੈਨੇਡਾ ਦੇ ਵਿੱਚ ਸਟੱਡੀ ਦੇ ਦੌਰਾਨ ਭਾਵੇਂ ਤੁਹਾਨੂੰ ਬਿਨਾਂ ਪੇਮੈਂਟ ਤੋਂ ਵੀ ਤੁਹਾਨੂੰ ਐਕਸਪੀਰੀਅੰਸ ਮਿਲ ਰਿਹਾ, ਦੈਟ ਇਜ਼ ਵੰਡਰਫੁਲ ਅਪਰਚੁਨਿਟੀ ਬਿਕੋਜ਼ ਯੂ ਆਰ ਲਰਨਿੰਗ ਦੋਜ਼ ਥਿੰਗ ਜਿਹੜੀਆਂ ਐਕਚੁਅਲੀ ਤੁਹਾਨੂੰ ਫੁੱਲ ਟਾਈਮ ਜੌਬ ਦੇ ਦੌਰਾਨ ਹੈਲਪ ਕਰਨਗੀਆਂ। ਆਪਾਂ 2 ਮਿੰਟ ਨੇ ਇੱਕ ਡਾਕਟਰ ਸਾਹਿਬ ਤੇ ਲਾਵਾਂਗੇ। ਤੁਹਾਡੇ ਸਾਹਿਬ ਇੱਕ ਗੱਲ ਜ਼ਰੂਰੀ ਰਹਿ ਜਾਵੇ ਕਿ ਸਤੰਬਰ ਇਨਟੇਕ 1-2 ਦਿਨ ਪਹਿਲਾਂ ਹੀ ਓਪਨ ਹੋਇਆ, ਕੁਝ ਪ੍ਰੋਗਰਾਮ ਕਲੋਜ਼ ਹੋਣ ਵਾਲੇ ਨੇ, ਛੇਤੀ ਅਪਲਾਈ ਕਰ ਲੈਣਾ ਚਾਹੀਦਾ। ਔਰ ਗੁੱਡ ਨਿਊਜ਼ ਇਜ਼ ਕਿ ਮਈ ਇਨਟੇਕ ਦੀਆਂ ਕੁਝ ਪ੍ਰੋਗਰਾਮ ਦੇ ਵਿੱਚ ਕੁਝ ਸੀਟਾਂ ਰੀਓਪਨ ਹੋਈਆਂ ਨੇ ਸੂ ਕਾਲਜ ਦੀਆਂ। ਸੋ ਉਹ ਆਪਾਂ ਮਈ ਇਨਟੇਕ ਵਾਸਤੇ ਵੀ ਇਮੀਡੀਏਟਲੀ ਐਪਲੀਕੇਸ਼ਨ ਪਾਵਾਂਗੇ ਜਿਹੜੇ ਪ੍ਰੋਗਰਾਮ ਓਪਨ ਨੇ। ਔਰ ਜਲਦੀ ਕਾਲਜ ਨੂੰ ਪਤਾ ਹੈ ਕਿ ਪ੍ਰੋਸੈਸਿੰਗ ਟਾਈਮ ਜਿਹੜਾ ਹੈਗਾ ਐਮਬੈਸੀ ਦਾ ਧਿਆਨ 'ਚ ਰੱਖਦੇ ਹੋਏ ਜਲਦੀ ਆਫਰ ਲੈਟਰ ਆਏਗੀ ਕੁਝ ਦਿਨਾਂ ਦੇ ਵਿੱਚ ਹੀ, ਅਤੇ ਆਪਾਂ ਫਟਾਫਟ ਥੋੜ੍ਹੀ ਜਲਦੀ ਕਰਕੇ ਔਰ ਬੜਾ ਧਿਆਨ ਨਾਲ ਜਿਹੜਾ ਹੈਗਾ ਉਸ ਨੂੰ ਫਾਈਲ ਨੂੰ ਐਮਬੈਸੀ 'ਚ ਲਾਵਾਂਗੇ ਔਰ ਮਈ ਇਨਟੇਕ ਵਾਸਤੇ ਵੀ ਅਪਲਾਈ ਕਰ ਸਕਦੇ ਜਿੰਨੇ ਪ੍ਰੋਗਰਾਮ ਦੀ ਸੀਟਾਂ ਵਿੱਚ ਦੱਸਣਾ ਜ਼ਰੂਰੀ ਹੈ। ਸਾਡੇ ਕੋਲ 30-40 ਸੈਕਿੰਡ ਹੀ ਬਚੇ ਨੇ। ਕਿਸ ਤਰ੍ਹਾਂ ਦੀਆਂ ਰਿਕੁਆਇਰਮੈਂਟਸ ਹੋਣਗੀਆਂ ਐਪਲੀਕੇਸ਼ਨ ਲੈਣ ਵਾਸਤੇ? ਕੋਈ ਵੀ ਖਾਸ ਸਪੈਸੀਫਿਕ ਰਿਕੁਆਇਰਮੈਂਟ ਇੰਦਰ ਹੀ ਨਹੀਂ ਕਿ ਜਿਹੜੇ ਬੱਚਾ ਮੈਚ ਨਹੀਂ ਕਰ ਰਿਹਾ। ਅਕੈਡਮਿਕ ਰਿਜ਼ਲਟ ਚਾਹੀਦਾ, IELTS, ਟੋਇਫਲ, PTE ਦਾ ਰਿਜ਼ਲਟ ਚਾਹੀਦਾ, ਈਵਨ ਡੁਇਲਿੰਗੋ ਇਜ਼ ਆਲਸੋ ਐਕਸੈਪਟੇਬਲ। ਇਹ ਤੋਂ ਇਲਾਵਾ ਜੇ ਬੱਚੇ ਦਾ ਰਿਜ਼ਲਟ ਪੈਂਡਿੰਗ ਆ, ਉਹ ਕੰਡੀਸ਼ਨਲ ਵੀ ਅਪਲਾਈ ਕਰ ਸਕਦੇ ਨੇ। ਦੈਟਸ ਇਟ। ਗੈਪ ਕੋਈ ਇਸ਼ੂ ਨਹੀਂ, ਗੈਪ ਦੇ ਵਿੱਚ ਕੋਈ ਬਾਉਂਡੇਸ਼ਨ ਜਾਂ ਬੈਕਲੌਗ ਸਮਰੀ ਦੀ ਕੋਈ ਸਾਨੂੰ ਰਿਕੁਆਇਰਮੈਂਟ ਨਹੀਂ ਹੈ ਐਂਡ ਦੈਟਸ ਇਟ। ਦੇयर इज नो एनी स्पेसिफिक ਰਿਕੁਆਇਰਮੈਂਟ। ਬਿਲਕੁਲ ਸਾਡੇ ਆਫਿਸ ਦੇ ਵਿੱਚ ਸਾਰੀਆਂ ਇਹਨਾਂ ਨੇ ਕਾਲਜ ਨੇ ਔਰ ਲਵਜੀਤ ਜੀ ਨੇ ਸਾਰੀਆਂ ਇੰਸਟਰਕਸ਼ਨਸ ਪਹਿਲਾਂ ਹੀ ਸਾਨੂੰ ਈਮੇਲ ਵਗੈਰਾ ਦੇ ਜ਼ਰੀਏ ਟ੍ਰੇਨਿੰਗ ਸੈਸ਼ਨ ਦੇ ਜ਼ਰੀਏ ਭੇਜੀਆਂ ਹੋਈਆਂ ਨੇ। ਡਿਫਰੈਂਟ ਸਾਡੇ ਪਾਇਨੀਅਰ ਇਮੀਗ੍ਰੇਸ਼ਨ ਦੇ ਅਲੱਗ-ਅਲੱਗ ਆਫਿਸਿਸ ਡਾਇਰੈਕਟਰ ਰਿਪਰੈਜ਼ੈਂਟੇਟਿਵ ਹੈਗੇ ਆ। ਜਿਸ ਤਰ੍ਹਾਂ ਲਵਜੀਤ ਜੀ ਨੇ ਦੱਸਿਆ, ਤੇ ਸਾਡੇ ਆਫਿਸਿਸ ਵਿੱਚ ਜਾ ਕੇ ਆਪਣਾ ਪ੍ਰੋਫਾਈਲ ਡਿਸਕਸ ਕਰ ਸਕਦੇ ਹੋ, ਕਿਹੜਾ ਪ੍ਰੋਗਰਾਮ ਓਪਨ ਹੈਗਾ, ਸੀਟਸ ਹੈਗੀਆਂ ਕਿ ਨਹੀਂ, ਐਲੀਜੀਬਿਲਿਟੀ ਤੁਹਾਡੀ ਕੀ ਬਣਦੀ ਹੈ। ਵੈਲਕਮ ਜੀ। ਨੰਬਰ ਵੀ ਫਲੈਸ਼ ਕੀਤਾ ਜਾ ਰਿਹਾ ਹੈ। ਨੰਬਰ ਸਭ ਤੋਂ ਪਹਿਲਾ ਜ਼ਰੀਆ ਬਣੇਗਾ। ਤੁਸੀਂ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਕਿਸੇ ਵੀ ਸ਼ਹਿਰ ਦੇ ਵਿੱਚ ਲੈਣੀ ਹੈ, ਆਪਣੇ ਡਾਕੂਮੈਂਟ ਚੈੱਕ ਕਰਾਉਣੇ ਨੇ। ਜ਼ਰੂਰੀ ਨਹੀਂ ਕਿ ਤੁਸੀਂ ਫਰੈਸ਼ਰ ਹੋ। ਜੇਕਰ ਤੁਹਾਡਾ ਵੀਜ਼ਾ ਰਿਫਿਊਜ਼ ਹੋ ਯਾਰ ਤੁਸੀਂ ਐਲੀਜੀਬਲ ਹੋ। ਮੈਂ ਉਹਦੀ ਗੱਲ ਨਹੀਂ ਕਰ ਰਿਹਾ ਕਿ ਜੇ 2 ਮੋਡਿਊਲ 'ਚ 5.5 ਲੈ ਕੇ ਰਿਫਿਊਜ਼ਲ ਬੈਠੇ ਹੋ ਫਿਰ ਜਾ ਕੇ ਤੁਸੀਂ ਕੰਸਲਟੈਂਸੀ ਲਓ। ਨਹੀਂ, ਐਲੀਜੀਬਲ ਹੋ, ਰਿਫਿਊਜ਼ ਹੋ ਤਾਂ ਵੀ, ਫਰੈਸ਼ਰ ਹੋ, ਹਲੇ ਕੰਡੀਸ਼ਨਲ ਆਫਰ ਲੈਟਰ ਲੈਣੀ ਹੈ ਤਾਂ ਆਹ ਨੰਬਰ ਹੈ ਭਾਵੇਂ ਪਾਇਨੀਅਰ ਇਮੀਗ੍ਰੇਸ਼ਨ ਦਾ, ਪਰ ਸੂ ਕਾਲਜ ਵਾਸਤੇ ਤੁਸੀਂ ਕਿਸੇ ਵੀ ਦਫ਼ਤਰ ਜਿਹੜੀ ਹੈ ਜਾਣਕਾਰੀ ਲੈ ਸਕਦੇ ਹੋ। ਮਹਿਮਾਨਾਂ ਦਾ ਸ਼ੁਕਰੀਆ ਜੀ, ਬਹੁਤ ਪਾਰਟਿਸਿਪੇਟ ਕੀਤਾ। ਔਰ ਦਰਸ਼ਕਾਂ ਲਈ ਇਹ ਪ੍ਰੋਗਰਾਮ ਮਿਲਦਾ ਬਹੁਤ ਲਾਹੇਵੰਦ ਹੋਣ ਵਾਲਾ। ਜਿਹੜੇ ਵਾਰ-ਵਾਰ ਪੁੱਛਦੇ ਨੇ ਕਿੱਥੇ ਜਾਈਏ ਜੀ, PR ਕਿਵੇਂ ਜਲਦੀ ਹੋਣੀ ਹੈ, ਇਹ ਚੀਜ਼ਾਂ ਬਹੁਤੀਆਂ ਅਸੀਂ ਡਿਸਕਸ ਨਹੀਂ ਕਰ ਪਾਏ, ਪਰ ਤੁਹਾਡੇ ਲਈ ਖੁੱਲ੍ਹਾ ਮੰਚ ਹੈ। ਕਾਲ ਕਰਕੇ ਆਪਣੀ ਅਪਾਇੰਟਮੈਂਟ ਲੈ ਕੇ ਕਿਸੇ ਵੀ ਤਰ੍ਹਾਂ ਦੀ ਕੰਸਲਟੈਂਸੀ ਲੈ ਸਕਦੇ ਹੋ। ਸ਼ੁਕਰੀਆ।
ਜੀ